ਜੋ ਵੀ ਇਹ ਦੁਕਾਨਾਂ ਦੇ ਬਾਹਰ ਖੜੇ ਸੀਗੇ ਤੋੜਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਅੱਜ ਫੇਰ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਦੁਕਾਨਦਾਰ ਫਿਰ ਵਿਰੋਧ ਕਰ ਰਹੇ ਆ। एक मिनट तो ਮੇਅਰ ਸਾਹਿਬ ਨਾਲ ਗੱਲ ਹੋਈ। ਮੇਅਰ ਸਾਹਿਬ ਨੇ ਇਹ ਗੱਲ ਕਹੀ ਸੀ ਪਹਿਲਾਂ 2 ਚੌਂਕ ਬਣਾ ਕੇ ਇਹਨਾਂ ਨੂੰ ਦਿਖਾਓ ਕਿ ਕਿਵੇਂ ਬੰਦੇ ਨੇ, ਇਹ ਆਪੇ ਤੋੜਨਗੇ ਸਾਰੇ ਆਪੇ। ਇਹ ਸਾਰੀ ਸਹਿਮਤੀ ਨਾਲ ਹੋਇਆ। 2 ਚੌਂਕ ਬਣਾਓ ਤਾਂ ਸਰੀ ਉਹ ਮਲਬਾ ਵੇਖੋ ਇੰਨਾ ਪਿਆ ਲੈ। ਇੱਧਰ ਤੋਂ ਮਲਬਾ ਕਹਿੰਦੇ ਚਕਾਓ ਜੀ ਚਕਾਓ। ਆਪਦੀ ਦੁਕਾਨਾਂ ਨੇ, ਕੋਈ ਮੁੱਲ ਕਿਰਾਏ ਤੇ ਥੋੜੀ, ਕੋਈ ਕਬਜ਼ੇ ਤੇ ਥੋੜੀ ਬੈਠੇ ਸਰਕਾਰੀ ਜਗ੍ਹਾ ਤੇ। ਧੱਕਾਸ਼ਾਹੀ ਨਹੀਂ ਚਲੇਗੀ, ਧੱਕਾਸ਼ਾਹੀ ਨਹੀਂ ਚਲੇਗੀ। मैं सवेरे बंदा दुकान खोलता है, जेसीबी वेख जाती है, लो जी आगे दुकाना थोड़ा क्या मतलब दसो। काम करा नहीं देते जी। व्यापार मंडल नहीं साडे बोर दा, तां करके बनेगा व्यापार मंडल भी बनेगा। आजल का है ना, 1 मिनट च ऑन कॉल च बंद हो जाता शहर सारा। कोई सरकार उत्थे नहीं कहती इन्नी इंटरफेयर करती जिवें साडे नाल हो रही है। जितना धक्का साडे नाल हो रहा है। दुकानदार बंदा, मेरी गल सुनो, 4 नंबर वाले परेशान ने। राती 10 बजे शटर ताला करके जाते ने, जेसीबी बुला देंगे ने। मतलब ओथे 8 फुट बना के सरकार तोड़ी नहीं, फिर दोबारा आके तोड़न नूं क्योंकि कहीं पैसा नहीं लग गया है। जेब च पैसा नहीं लग गया, कित्थों जाऊगा पैसा। 8 फुट बनाने तो बाद उन्होंने तोड़न आके रात में 5 मिनट राती 10 साढ़े 10 बजे तोड़न आ गए। किस वास्ते 8 फुट आप बनवा के सरकारी बना के लोकां दे सीवरेज 25 50 हज़ार रुपए लग जांदे ने जी। एक दुकान ते 40 50 हज़ार रुपए लग गया कलेक्शन लैन दा। 4 नंबर मंडी नहीं पूरी हुई, आ पूरी नहीं हुई, सारी रुकी हुई है। ਅਸੀਂ ਕਿਉਂ ਕਹਿੰਦੇ, ਅਸੀਂ ਕਹਿੰਦੇ ਕਰਾਓ ਫੁੱਟਪਾਥ ਬਣਾਓ, ਪਰ ਸਿਸਟਮ ਨਾਲ ਤਾਂ ਬਣਾਓ। ਸਾਰਾ ਤੋੜ ਕੇ ਰੱਖ ਦੋਗੇ ਤਾਂ ਬਸ ਖਤਮ ਹੈ ਸ਼ਹਿਰ। ਕਿੰਨਾ ਕੀ ਆਊਗਾ ਸਾਡੇ ਕੋਲ ਜਦੋਂ ਗਾਹਕ ਹੀ ਨਹੀਂ ਆਉਂਦੇ, ਫਿਰ ਚਾਬੀਆਂ ਸਾਡੇ ਕੋਲ ਪਈਆਂ ਕਰੇ ਜਾਂ ਇਹਨਾਂ ਕੋਲ ਪਈਆਂ, ਇੱਕੋ ਹੀ ਗੱਲ, ਕੋਈ ਫਰਕ ਨਹੀਂ ਹੈਗਾ। ਇਹ ਰੱਖਣਾ ਕਰਦੇ ਸਾਨੂੰ ਪ੍ਰੋਪਰਟੀ ਟੈਕਸ ਮੰਗਣ ਲੱਗੇ ਮਿੰਟਾਂ ਦੇ ਨੇ ਸਾਰੇ, ਜਿਹੜੀ ਸਾਰੀ ਚੀਜ਼ਾਂ ਟੈਕਸ ਮਿੰਟਾਂ ਚ ਦੇਣੇ ਪੈਂਦੇ ਨੇ ਜੀ। ਇੱਕ ਵਾਰੀ ਤੁਹਾਡੀ ਮੀਟਿੰਗ ਡਿਸਾਈਡ ਹੋ ਗਿਆ ਤੇ ਫਿਰ ਅੱਜ ਰਿਟਰਨ 3 ਵਜੇ ਗੱਲ ਹੋਈ ਹੈ, 3 ਵਜੇ ਦੀ ਗੱਲ ਹੋਈ ਹੈ ਕਮਿਸ਼ਨ ਸਾਹਿਬ ਨਾਲ। ਮੇਰਾ ਇੱਥੋਂ ਭੱਜ ਗਿਆ, ਮੇਰ ਸਾਹਿਬ ਹੈ ਨਹੀਂ, ਉਹ ਦੀਪ ਸਿੱਟੋ ਗਿਆ, ਉਹਦੇ ਨਾਲ ਗੱਲ ਹੋਈ ਹੈ। ਕੱਲ ਵਿਪਨ ਨਾਗਪਾਲ ਦੇ ਫਾਦਰ ਦੀ ਡੈਥ ਉੱਥੇ ਗੱਲ ਹੋਈ ਹੈ ਕਮਿਸ਼ਨ ਸਾਹਿਬ ਵੀ 3 ਵਜੇ ਆ ਗਏ, ਜੋ ਹੈ ਤੁਹਾਨੂੰ ਰਿਟਰਨ ਦੇ ਦਿਆਂਗੇ ਅਸੀਂ। 6-7 ਮਹੀਨੇ ਪਹਿਲਾਂ ਥੜਾ ਬਣਾਇਆ, ਪਹਿਲਾਂ ਪੁੱਛਿਆ ਉਹਨਾਂ ਕੋਲ, ਸਰ ਕੋਈ ਤੁਹਾਡੇ ਮੈਪ 'ਚ ਹੈਗਾ? ਸਾਹਿਬ ਪੁੱਛਿਆ ਮੈਪ 'ਚ ਹੈਗਾ, ਕਹਿੰਦੇ ਹਾਲੇ ਕੋਈ ਮੈਪ 'ਚ ਨਹੀਂ। ਜੇ 6 ਮਹੀਨੇ 'ਚ ਮੈਪ 'ਚ ਤੁਹਾਡੇ ਥੜੇ ਵੀ ਆ ਗਏ ਤੇ ਕੱਲ ਨੂੰ ਤੁਸੀਂ ਸਾਡੀ ਦੁਕਾਨਾਂ ਵੀ ਮੈਪ 'ਚ ਆ ਜਾਣਗੇ 6 ਮਹੀਨੇ ਹੈ ਤਾਂ ਜਿੱਤੀ। इस वक्त तुसी देख रहे हो सारे ने पैसे ला के खड़े बनाए, उन्होंने ब्रिज कोई नहीं बना के देता, पत्थर वाले डरने नहीं। ਅੱਜ ਵੈਦਰ ਵੀ ਠੀਕ ਹੈ, ਕੋਈ ਜ਼ਿਆਦਾ ਮੌਸਮ 'ਚ ਗਰਮਾਹਟ ਨਹੀਂ ਹੈ ਤੇ ਤੁਸੀਂ ਦੇਖ ਰਹੇ ਹੋ ਇਸ ਵਕਤ ਲਾਈਵ, ਲੇਕਿਨ ਅਬੋਰ ਦੀ ਸਿਸਟਮ ਦੇ ਵਿੱਚ ਪੂਰੀ ਗਰਮਾਹਟ ਹੈ। ਤੁਸੀਂ ਇਸ ਵਕਤ ਦੇਖ ਰਹੇ ਹੋ ਕਿਸ ਤਰ੍ਹਾਂ ਅੱਜ ਥੜੇ ਤੋੜ ਦਿੱਤੇ ਗਏ ਆ ਤੇ ਪਤਾ ਚੱਲਿਆ ਕਿ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ 2.5 ਫੁੱਟ ਤੱਕ ਤੁਸੀਂ ਥੜਾ ਬਣਾ ਸਕਦੇ ਹੋ, ਲੇਕਿਨ ਦੁਕਾਨਦਾਰ 3.5 ਫੁੱਟ ਤੱਕ ਦੀ ਡਿਮਾਂਡ ਕਰ ਰਹੇ ਆ। ਦੱਸਿਆ ਜਾ ਰਿਹਾ ਕਿ ਅੱਜ ਮੀਟਿੰਗ ਵੀ ਹੋਈ ਸੀ ਤੇ ਉਸ ਮੀਟਿੰਗ ਤੋਂ ਬਾਅਦ ਇਹ ਹਾਲਾਤ ਪੈਦਾ ਹੋਏ ਆ ਫਿਰ ਦੁਬਾਰਾ, ਜਿੱਥੇ ਉਸ ਦਿਨ ਪੋਲੀਟੀਸ਼ੀਅਨ ਲੀਡਰਸ ਇੱਥੇ ਮੌਜੂਦ ਸੀ, ਅੱਜ ਕੋਈ ਵੀ ਪੋਲੀਟੀਸ਼ੀਅਨ ਲੀਡਰ ਮੌਜੂਦ ਨਹੀਂ ਹੈ। ਔਰ ਇਸ ਕਬਜ਼ੇ ਨੂੰ ਤੁੜਵਾਉਣ ਲਈ, ਮਾਫ ਕਰੀਏ ਇਸ ਥੜਿਆਂ ਨੂੰ ਤੁੜਵਾਉਣ ਲਈ ਅੱਜ ਪ੍ਰਸ਼ਾਸਨ ਪੂਰੀ ਪੁਲਿਸ ਫੋਰਸ ਸਮੇਤ ਆਇਆ। ਇਸ ਦਾ ਮਤਲਬ ਇਹ ਹੈ ਕਿ ਅੱਜ ਥੜੇ ਐਡਮਿਨਿਸਟ੍ਰੇਸ਼ਨ ਤੋੜ ਕੇ ਹੀ ਜਾਏਗਾ। ਦੋਸਤੋ, ਜੋ ਕਾਰਨ ਦੱਸਿਆ ਗਿਆ, ਕਾਰਨ ਮੇਰੇ ਇੱਕ ਸੀਨੀਅਰ ਆਫਿਸਰ ਨਾਲ ਜਿਵੇਂ ਗੱਲ ਹੋਈ, ਉਹਨਾਂ ਨੇ ਦੱਸਿਆ ਕਿ ਜਿਵੇਂ ਨਗਰ ਨਿਗਮ ਅਬੋਹਰ ਦਾ ਮੈਪ ਹੁਣ ਤਿਆਰ ਹੋਇਆ ਹੈ, ਉਸ ਦੇ ਅਕੋਰਡਿੰਗ ਹੀ ਸਿਸਟਮ ਕੀਤਾ ਜਾਏਗਾ। ਇਹ ਉਸ ਦਾ ਇੱਕ ਹਿੱਸਾ ਹੈ, ਨਾ ਕਿ ਦੁਕਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਪਰੇਸ਼ਾਨ ਕਰਨ ਦਾ ਸਿਸਟਮ। ਇਹ ਇੱਧਰ ਨਹੀਂ, ਦੂਜੇ ਪਾਸੇ ਵੀ ਹੋਏਗਾ। ਹਰ ਤਰ੍ਹਾਂ ਹਰ ਇਲਾਕੇ ਦੇ ਵਿੱਚ
जिस तरह नगर निगम का सिस्टम होंदा उस तरह इनू इंप्लीमेंट कराने की तैयारी है। फिलहाल ये लाइव तुम अबोर तो देख रहे हो, मैं तुहानू थोड़ा जा बैकग्राउंड दस देना चाहना। तकरीबन तकरीबन 10 दिन पहला 15 दिन पहला नगर निगम की टीम वालों ਜਿਹੜੇ मैप के अकॉर्डिंग खड़े नहीं बने हुए नगर निगम के मैप के अकॉर्डिंग उन्होंने तोड़न का काम शुरू किया गया। तो उस तो बाद दुकानदारों ने विरोध किया, पर कोई गल नहीं बनी, तो हुण दोबारा ये खड़े जड़े है तोड़े जा रहे हैं। नगर निगम का कहना है कि 3.5 फुट तक 2.5 फुट तक तुसीं बना सकते हो, पर दुकानदार 3.5 फुट की गल कर रहे हैं। एक मिनट। जो भी रिसोर्सेज लगाने पे यूज ऑल ऑफ देम, बट वी आर डिटरमिन्ड कि भी जरा काम करना कदम तो किन्ने फुट तक दुकानदार कर सकते हैं जी? देखो जी लाभ तो कुछ भी नहीं अलाउ करता, बट इन्हों की लाभ जी भी बिहार वाले मीटिंग उसके 2.5 फुट ऐसा तो फिर ये 3.5 फुट कह रहे हैं। 3 फुट मांग रहे हैं तो तब जो बड़ी मैं लाभ ही तो है ही जी जी जी। ਤਾਂ ਤੁਸੀਂ ਸੁਣਿਆ ਨਗਰ ਨਿਗਮ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ, ਉਹਨਾਂ ਦਾ ਕਹਿਣਾ ਹੈ ਕਿ ਅਕੋਰਡਿੰਗ ਟੂ ਲਾਅ ਜਿਹੜਾ ਹੈ ਨਾ ਇਹ ਨਹੀਂ ਪੋਸੀਬਲ ਹੈ ਕਿ ਲੋ ਜੀ ਮੌਕੇ ਤੇ ਹੁਣ ਏਡੀਸੀ ਆ ਗਏ ਹੈ ਅਭਿਜੀਤ ਕਪਲਿਸ਼ ਜੀ, ਉਹ ਮੌਕੇ ਤੇ ਪਹੁੰਚ ਗਏ ਹੈ। ਉਹ ਕੀ ਕਰਦੇ ਆ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਹੋਏਗਾ, ਕਿਉਂਕਿ ਇਹ ਬੜੇ ਸਖਤ ਅਧਿਕਾਰੀ ਨੇ, ਇਹਨਾਂ ਦੀ ਸਖਤੀ ਦੇ कौन रोक रहा है टीम को बुलाओ गुप्ता जी इधर आओ ਅਭਿਜੀਤ ਕਪਲਿਸ਼ ਮੌਕੇ ਤੇ ਪਹੁੰਚੇ ਨੇ। ਇੱਕ ਮਿੰਟ ਭਾਜੀ, ਹੈਲੋ, ਇੱਕ ਮਿੰਟ ਰੁਕੋ ਪਲੀਜ਼। ਮੈਂ ਇੱਧਰ ਹੋ ਜਾਓ ਯਾਰ। ਹਾਂਜੀ ਹਾਂਜੀ ਸਹੀ ਸੀ। ऑफिसर ही है ये जरूरी घाटा वो जरूर जा रहे हैं। ਨਗਰ ਨਿਗਮ ਦੇ ਅਧਿਕਾਰੀ ਅਭਿਜੀਤ ਕਪਲਿਸ਼ ਜਿਹੜੇ ਪਹੁੰਚੇ ਹੈ, ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਕਾਰਵਾਈ ਕਰ ਰਹੇ ਹੈ। ਹਰਪ੍ਰੀਤ ਫੋਟੋ ਕਰ, ਫੋਟੋ। ਸਾਡੇ ਬਾਜ਼ਾਰ ਚ ਕੋਈ ਲੀਡਰਸ਼ਿਪ ਹੈ ਨਹੀਂ, ਤੁਸੀਂ ਅੰਦਰ ਕਰਾ ਸਕਦੇ ਹੋ ਜੋ ਮਿੰਟੀ ਕਰਦੀ ਮਿੰਟੀ ਕਰ ਲਓ। ਇੱਕ ਮਿੰਟ ਗੱਲ ਕਰ ਤੁਸੀਂ ਕਹੀ ਵੀ ਅੱਛਾ ਆਪੇ ਕਟਾਰੀਆ ਸਾਹਿਬ ਆਪ ਕਹਿੰਦੇ ਮੈਂ ਤੋੜਾਂਗਾ, ਤੁਸੀਂ ਨਹੀਂ ਤੋੜਿਆ। ਤੁਸੀਂ ਠੀਕ ਕੀ ਮੈਂ ਤੁਹਾਡੀ ਅੱਜ ਦੀ ਗੱਲ ਹੋਈ ਮੀਟਿੰਗ ਦੀ ਗੱਲ ਨਹੀਂ ਜੀ, ਤੁਹਾਡੀ ਵੀਰ ਦੀ ਤੁਹਾਡਾ ਚੱਲਿਆ ਦਾ ਮਸਲਾ ਪਹਿਲਾਂ ਮਾਫੀ ਹੋਇਆ ਸਰ।
इधर हो। ਇੱਥੇ ਲਾਠੀਚਾਰਜ ਹੋਊਗਾ, ਲਾਠੀਚਾਰਜ ਹੋਊਗਾ। ਭਾਜੀ ਤੂੰ ਥੱਲੇ ਉਤਰੋ ਤੂੰ। ਉਹ ਯਾਰ ਹੈਲੋ ਕੀ ਹੋ ਤੂੰ? आखिरकार अधिकारियों ने खड़िया ਨੂੰ ਤੋੜ ਦਿੱਤਾ। ਤੁਸੀਂ ਦੇਖ ਰਹੇ ਹੋ ਲਾਈਵ। ਅਭਿਜੀਤ ਕਪਲਿਸ਼ ਜੀ ਸਖਤੀ ਦੇ ਮਾਮਲੇ ਦੇ ਵਿੱਚ ਮੰਨੇ ਹੋਏ ਅਧਿਕਾਰੀ ਅੱਜ ਉਹਨਾਂ ਨੇ ਆਪਣੀ ਤਾਕਤ ਨੂੰ ਦਿਖਾ ਦਿੱਤਾ ਤੇ ਲੋਕ ਇਹਦਾ ਵਿਰੋਧ ਕਰ ਰਹੇ ਆ। ਜ਼ਬਰਦਸਤ ਵਿਰੋਧ ਤਾਂ ਤੁਸੀਂ ਦੇਖ ਰਹੇ ਹੋ ਲਾਈਵ। कोई पॉलिटिक्स नहीं, सीधा प्रशासन, सख्त कार्रवाई। देख रहे हो लाइव। ये लाइव किस तरह तुसी देखिया अभिजीत कपलिश पूरे लाभ लश्कर दे विच कार्रवाई करदे हो। कानून सब लोग बराबर। आज तुसी देखिया अबोर दी दशा नूं सुधारन वाले नो पॉलिटिक्स। अभिजीत कपलिश जी की कार्रवाई दे विच पॉलिटिक्स अलाउड नहीं है। अभिजीत कपलिश जी की कार्रवाई च कोई पॉलिटिक्स नहीं। तुसीं देखिया उन्हां दा तुरंदर रवैया। सर जिवें तुहाडी कार्रवाई हमेशा दुरंदर रही है, अज की कार्रवाई लैके बड़े लोग इत्थे सोशल मीडिया ते तुहाडी प्रशंसा भी कर रहे हैं। इन्हां दा बस कोई सवाल है कि किसी इहदे विच कोई पार्शलिटी तो नहीं की जाएगी।
ਛੱਡ ਕੇ ਜਿੰਨੇ ਵੀ ਅੱਗੇ ਆਏ ਨੇ ਸਾਰਾ ਦੁਕਾਨਦਾਰ 36 ਇੰਚ ਸੋਸ਼ਲ ਮੀਡੀਆ ਤੇ ਸਰ 36 ਇੰਚ ਗਲਤ ਕਹਿ ਰਹੇ ਨੇ। ਦਰਅਸਲ ਸੜਕ ਦੇ ਇਸ ਪਾਸੇ ਜ਼ਿਆਦਾ ਜਗ੍ਹਾ, ਸੜਕ ਦੇ ਉਸ ਪਾਸੇ ਘੱਟ ਜਗ੍ਹਾ। ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਦੀਪ ਕੰਬੋਜ ਜੀ, ਉਹਨਾਂ ਨਾਲ ਮੀਟਿੰਗ ਹੋਈ ਸੀ। ਦੁਕਾਨਦਾਰ ਆਪ ਆਏ ਸੀ। ਦੁਕਾਨਦਾਰ ਉਹਨਾਂ ਦੇ ਸਾਹਮਣੇ ਆ ਕੇ ਐਗਰੀ ਹੋ ਕੇ ਗਏ ਸੀ ਕਿ ਜਿੱਥੇ ਕਮਿਸ਼ਨਰ ਸਾਹਿਬ ਲਾਈਨ ਲਗਾਉਣਗੇ ਅਸੀਂ ਮੰਨ ਜਾਵਾਂਗੇ ਜੀ। ਇਹਨਾਂ ਦੀ ਪ੍ਰੋਬਲਮ ਇਹ ਹੈ ਜੀ, ਇਹ ਚਾਹੇ ਸਾਡੇ ਕੋਲ ਆ ਕੇ ਚਾਹੇ ਲੀਡਰਾਂ ਕੋਲ ਜਾ ਕੇ ਇਹ ਪਹਿਲਾਂ ਕਹਿ ਦਿੰਦੇ ਨੇ ਕਿ ਅਸੀਂ ਤੋੜਾਂਗੇ, ਬਾਅਦ ਚ ਤੋੜ ਦੇਣਗੇ। ਸਾਫ਼ ਦੀ ਗੱਲ ਹੈ, ਇਹਦੇ ਵਿੱਚ ਅਸੀਂ ਸਾਰੇ ਬੈਠੇ ਰਜ਼ਾਮੰਦੀ ਬਣਾਈ ਹੈ। ਉਸ ਤੋਂ ਬਾਅਦ ਵੀ ਇਹ ਕਹਿੰਦੇ ਨੇ ਨਹੀਂ ਜੀ 3 ਫੁੱਟ 3 ਫੁੱਟ ਅੱਧੇ ਫੁੱਟ ਨਾਲ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਘਟਦਾ। ਜਿਹੜੇ ਬੰਦੇ ਨੇ ਪੈਦਲ ਚੱਲਣਾ ਉਹਦੇ ਲਈ ਜਗ੍ਹਾ ਬਹੁਤ ਜ਼ਰੂਰੀ ਹੈ ਜੀ। ਠੀਕ ਹੈ ਸਰ, ਆ ਦੇਖੋ ਜੀ 400-500 ਬੰਦਾ ਸ਼ਹਿਰ ਦਾ ਦੇਖ ਰਿਹਾ ਤੇ ਨਾਲ ਤੁਹਾਡੀ ਪ੍ਰਸ਼ੰਸਾ ਕਰ ਰਹੇ ਜੀ। ਕਿ ਬਸ ਸਵਾਲ ਇੱਕੋ ਹੀ ਹੈ ਕਿ ਉਹਨਾਂ ਦਾ ਕਿ ਪਾਰਸ਼ੈਲਿਟੀ ਨਾ ਹੋਵੇ। ਤਾਂ ਤੁਹਾਡੇ ਸਵਾਲਾਂ ਦਾ ਜਵਾਬ ਅਭਿਜੀਤ ਕਪਲਿਸ਼ ਜੀ ਨੇ ਦੇ ਦਿੱਤਾ ਕਿ ਕੋਈ ਪਾਰਸ਼ੈਲਿਟੀ ਨਹੀਂ ਹੋਏਗੀ, ਸਾਰਿਆਂ ਵਾਸਤੇ ਲਾਅ ਬਰਾਬਰ ਰਹੇਗਾ ਤੇ ਕਾਰਵਾਈ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਸਾਰਿਆਂ ਵਾਸਤੇ ਬਰਾਬਰ ਹੋਏਗੀ। ਜੇ ਕਿਤੇ ਕਿਸੇ ਨੂੰ ਲੱਗੇ ਕਿ ਕਿੱਥੇ ਪਾਰਸ਼ੈਲਿਟੀ ਹੋਈ ਹੈ ਤਾਂ ਤੁਸੀਂ ਤੁਰੰਤ ਅਭਿਜੀਤ ਕਪਲਿਸ਼ ਜੀ ਨੂੰ ਸੰਪਰਕ ਵੀ ਕਰਕੇ ਦੱਸ ਸਕਦੇ ਹੋ ਕਿ ਜੇ ਸਰ ਇਸ ਜਗ੍ਹਾ ਪਾਰਸ਼ੈਲਿਟੀ ਹੋਈ ਹੈ ਤਾਂ ਇਹ ਖੁਦ ਉਹਦੇ ਖਿਲਾਫ ਕਾਰਵਾਈ ਕਰਵਾਉਣਗੇ। ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਇਹਨਾਂ ਨੇ ਅਫਸਰਾਂ ਨੂੰ ਕਾਰਵਾਈ ਦੇ ਸਖਤ ਹੁਕਮ ਦਿੱਤੇ ਹੈ ਕਿ ਜੇ ਕਿਸੇ ਨੇ ਪਾਰਸ਼ੈਲਿਟੀ ਕੀਤੀ, ਕਿਸੇ ਥੱਲੜੇ ਅਫਸਰ ਨੇ, ਉਹਦੇ ਖਿਲਾਫ ਵੀ ਕਾਰਵਾਈ ਹੋਣੀ ਤੈਅ ਹੈ। ਫਿਲਹਾਲ ਉਹ ਖੁਦ ਮੌਕੇ ਤੇ ਖੜ ਕੇ ਸਾਰੀ ਕਾਰਵਾਈ ਕਰਵਾ ਰਹੇ ਆ। ਤੁਸੀਂ ਦੇਖ ਸਕਦੇ ਹੋ ਅਬੋਹਰ ਨੂੰ ਜਦੋਂ ਨਗਰ ਨਿਗਮ ਬਣਾਇਆ ਗਿਆ ਤਾਂ ਇਹਨਾਂ ਦੇ ਦੇਖ ਰੇਖ ਚ ਮੇਨਟੇਨੈਂਸ ਤੇ ਅੰਡਰ ਚ ਬਣਾਇਆ ਗਿਆ। ਇੱਕ ਇੱਕ ਚੀਜ਼ ਦੇ ਇਹ ਵਾਕਫ ਨੇ, ਇੱਕ ਇੱਕ ਗੱਲ ਦੇ ਇਹ ਵਾਕਫ ਨੇ। ਇਸੇ ਕਰਕੇ ਅੱਜ ਖੁਦ ਇਹਨਾਂ ਨੂੰ ਮੌਕੇ ਤੇ ਆਣਾ ਪਿਆ, ਜੋ ਬਹੁਤ ਵੈਸੇ ਤਾਂ ਮਾੜੀ ਗੱਲ ਹੈ ਕਿ ਜੇ ਲਾਅ ਦੇ ਮੁਤਾਬਿਕ 30 ਇੰਚ ਥੜੇ ਦੀ ਜਗ੍ਹਾ ਨਹੀਂ ਹੈ ਤਾਂ ਉਹ ਵੀ ਨਹੀਂ ਇਹਨਾਂ ਨੇ ਦੇਣੀ ਸੀ, ਪਰ ਫਿਰ ਵੀ ਦੁਕਾਨਦਾਰਾਂ ਦੀ ਸਹਿਮਤੀ ਨਾਲ ਦੇ ਦਿੱਤੀ। ਫਿਲਹਾਲ ਜੇ ਇਹ ਕਾਰਵਾਈ ਕਰ ਰਹੇ ਆ ਤਾਂ ਦੁਕਾਨਦਾਰਾਂ ਨੂੰ ਸਹਿਯੋਗ ਵੀ ਕਰਨਾ ਚਾਹੀਦਾ। 30 ਇੰਚ ਤੋਂ ਬਾਅਦ 31 ਇੰਚ ਤੁਸੀਂ ਘੇਰ ਨਹੀਂ ਸਕਦੇ, 29 ਇੰਚ ਤੁਹਾਡਾ ਹੈ, 30 ਇੰਚ ਤੁਹਾਡਾ ਹੈ। ਇੱਥੇ ਕੁਝ ਲੋਕ ਵਿੱਚ ਆਏ ਸੀ, ਲੋਕਾਂ ਨੇ ਡਿਮਾਂਡ ਕੀਤੀ ਪਰ ਅਧਿਕਾਰੀ ਨਹੀਂ ਮੰਨੇ। ਉਹਨਾਂ ਨੇ ਕਿਹਾ ਇਹ ਕਾਰਵਾਈ ਹੋ ਕੇ ਹਟੇਗੀ। ਫਿਲਹਾਲ ਤੁਸੀਂ ਲਾਈਵ ਦੇਖ ਰਹੇ ਹੋ ਅਬੋਹਰ ਐਡਮਿਨਿਸਟ੍ਰੇਸ਼ਨ ਦੀ ਕਾਰਵਾਈ ਨੂੰ ਜਿਹੜੀ ਸਖਤ ਤਰੀਕੇ ਨਾਲ ਕੀਤੀ ਜਾ ਰਹੀ ਹੈ। ਜਿਹੜੇ ਹੁਣੇ ਵੀਡੀਓ 'ਚ ਜੁੜੇ ਆ ਉਹਨਾਂ ਨੂੰ ਦੱਸ ਦਈਏ ਕਿ ਅਭਿਜੀਤ ਕਪਲਿਸ਼ ਜਿਹੜੇ IAS ਅਫਸਰ ਨੇ, ADC ਨੇ, ਕੁਝ ਸਮੇਂ ਦੇ ਵਿੱਚ ਉਹ ਕਿਸੇ ਨਾ ਕਿਸੇ ਜ਼ਿਲ੍ਹੇ ਦੇ DC ਵੀ ਬਣ ਜਾਣਗੇ। ਉਹਨਾਂ ਨੇ ਇਹ ਕਾਰਵਾਈ ਕਰਵਾਈ ਹੈ ਮੌਕੇ ਤੇ ਖੁਦ ਪਹੁੰਚ ਕੇ। ਉਹਨਾਂ ਨੇ ਪਹਿਲਾਂ ਵੇਖਿਆ ਕਿ ਥੱਲੇ ਆਫੀਸਰਸ ਦੀ ਗੱਲ ਨੂੰ ਨਹੀਂ ਮੰਨਿਆ ਜਾ ਰਿਹਾ, ਫਿਰ ਉਹ ਖੁਦ ਆਏ, ਉਹਨਾਂ ਨੇ ਮੌਕੇ ਤੇ ਆ ਕੇ ਕਾਰਵਾਈ ਕੀਤੀ। ਫਿਲਹਾਲ ਤੁਸੀਂ ਇਹ ਲਾਈਵ ਦੇਖ ਰਹੇ ਹੋ ਅਬੋਹਰ ਤੋਂ। ਦੇਖੋ ਜੇ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਲਾਅ ਦੇ ਮੁਤਾਬਿਕ ਤੁਸੀਂ ਥੜਾ ਨਹੀਂ ਬਣਾ ਸਕਦੇ, ਪਰ 30 ਇੰਚ ਤੱਕ ਅਸੀਂ ਫੇਰ ਵੀ ਤੁਹਾਨੂੰ ਅਸੀਂ ਅਲਾਉਡ ਕਰ ਦਿਆਂਗੇ। ਚਲੋ ਸ਼ਹਿਰ ਦਾ ਮਸਲਾ ਹੈ, ਸ਼ਹਿਰ ਦੇ ਲੋਕਾਂ ਦਾ ਮਸਲਾ ਹੈ, ਫਿਰ ਐਡਮਿਨਿਸਟ੍ਰੇਸ਼ਨ ਵੀ ਕਿਸੇ ਹੱਦ ਤੱਕ ਠੀਕ ਹੈ, ਕਿਉਂਕਿ ਐਡਮਿਨਿਸਟ੍ਰੇਸ਼ਨ 2.5 ਫੁੱਟ ਪਹਿਲਾਂ ਕਰ ਰਿਹਾ ਸੀ, ਯਾਨੀ ਕਿ 250 ਇੰਚ। ਫਿਰ ਦੁਕਾਨਦਾਰਾਂ ਨੇ 350 ਇੰਚ ਦੀ ਮੰਗ ਕੀਤੀ, ਪਰ ਐਡਮਿਨਿਸਟ੍ਰੇਸ਼ਨ ਨੇ 300 ਇੰਚ ਤੱਕ ਅਪਰੂਵਲ ਦੇ ਦਿੱਤੀ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਖੜਿਆਂ ਨੂੰ ਤੋੜਿਆ ਜਾ ਰਿਹਾ, ਜਿਹੜੇ 3 ਫੁੱਟ ਤੋਂ ਅੱਗੇ ਨੇ।
करी यार एक मिनट। ਦੋਸਤੋ ਜਦੋਂ ਨਗਰ ਨਿਗਮ ਬਣਿਆ ਉਦੋਂ ਇਹ ਮੈਪ ਦੇ ਵਿੱਚ ਪਾਸ ਹੋਇਆ ਸੀ। ਨਗਰ ਨਿਗਮ ਦੇ ਮੁਤਾਬਿਕ ਹੁਣ ਅਬੋਹਰ ਸ਼ਹਿਰ ਦਾ ਨਕਸ਼ਾ ਪਲਾਨ ਜੋ ਕੀਤਾ ਗਿਆ ਸੀਗਾ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ। ਨਗਰ परिषद ਦੇ ਤਹਿਤ ਜੋ ਪਹਿਲਾ ਨਕਸ਼ਾ ਸੀ ਹੁਣ ਉਹ ਨਹੀਂ ਚੱਲੇਗਾ, ਇਸ ਕਰਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਕੁਝ ਲੋਕ ਗਲਤ ਭੜਕਾ ਦਿੰਦੇ ਆ। ਐਡਮਿਨਿਸਟ੍ਰੇਸ਼ਨ ਵੱਲੋਂ ਨਗਰ ਨਿਗਮ ਦੇ ਮੈਪ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਇੰਟਰਫੇਰੈਂਸ ਨਾ ਹੈ, ਨਾ ਇਹਨਾਂ ਨੇ ਪਹਿਲਾਂ ਕਦੀ ਮੰਨਿਆ। ਯਾਦ ਹੋਏਗਾ ਕਿ ਜਦੋਂ ਕਾਂਗਰਸ ਦੀ ਗਵਰਨਮੈਂਟ ਹੁੰਦੀ ਸੀ ਤਾਂ ਅਭਿਜੀਤ ਕਪਲਿਸ਼ ਜੀ ਨੇ ਉਦੋਂ ਵੀ ਬੜੀ ਵਧੀਆ ਕਾਰਵਾਈ ਕੀਤੀ ਸੀ, ਜੋ ਕਿ ਸ਼ਲਾਘਾਯੋਗ ਸੀ। ਸ਼ਹਿਰ ਇੱਕ ਸਿਸਟਮ ਤੇ ਆਇਆ, ਹੁਣ ਫਿਰ ਇੱਕ ਸ਼ਹਿਰ ਨਵੇਂ ਸਿਸਟਮ ਤੇ ਜੋ ਆਏਗਾ ਉਹ ਵੇਖਣ ਯੋਗ ਹੋਏਗਾ। ਇਸ ਕਰਕੇ ਜੋ ਲੋਕ ਲਾਈਵ ਦੇਖ ਰਹੇ ਹੈ ਉਹ ਦੁਕਾਨਦਾਰ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨ, ਕਿਉਂਕਿ ਜੋ ਹੋ ਰਿਹਾ ਹੈ ਉਹ ਬਿਲਕੁਲ ਸਹੀ ਹੋ ਰਿਹਾ, ਇਹ ਗਲਤ ਨਹੀਂ ਹੈ। ਆਖਿਰਕਾਰ ਲਾਅ ਪੂਰੇ ਇੰਡੀਆ 'ਚ ਪੂਰੇ ਵਰਲਡ ਦੇ ਵਿੱਚ ਹਰ ਬੰਦੇ ਤੇ ਲਾਗੂ ਹੁੰਦਾ ਹੈ, ਉਹਦੀ ਪਾਲਣਾ ਲਈ ਹੀ ਅਫਸਰ ਇੱਥੇ ਮੌਕੇ ਤੇ ਪਹੁੰਚੇ ਹੋਏ ਆ। ਲੋਕ ਜੋ ਮਰਜ਼ੀ ਕਹਿਣ, ਦੁਨੀਆ ਜੋ ਮਰਜ਼ੀ ਕਹੇ, ਲੇਕਿਨ ਸੱਚਾਈ ਇਹ ਹੈ ਕਿ ਨਗਰ ਨਿਗਮ ਦੇ ਨਵੇਂ ਮੈਪ ਦੇ ਤਹਿਤ ਜੋ ਸ਼ਹਿਰ ਤੁਹਾਨੂੰ ਦਿਖਾਈ ਦੇਵੇਗਾ ਇਹ ਉਹ ਕਾਰਵਾਈ ਹੈ, ਨਾ ਕਿ ਕੋਈ ਕਿਸੇ ਤਰ੍ਹਾਂ ਦੀ ਬਦਲਾਖੋਰੀ ਵਾਲੀ ਨੀਤੀ ਦੀ ਕਾਰਵਾਈ। ਲੋ ਜੀ, ਜੋ ਇਹ ਤੁਸੀਂ ਕਾਰਵਾਈ ਦੇਖੀ ਹੈ, ਜਿਹੜੇ ਇਸ ਜਗ੍ਹਾ ਨੂੰ ਜਾਣਦੇ ਆ, ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਪਾਰਸ਼ੈਲਿਟੀ ਫਾਰਮੈਲਿਟੀ ਨਹੀਂ ਕਰ ਰਿਹਾ। ਇਸ ਕਰਕੇ ਦੁਕਾਨਦਾਰਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ। ਇੱਕ ਮਿੰਟ। ਦਰਅਸਲ ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਪੰਜਾਬ ਦੇ ਵਿੱਚ ਚੁਣਾਵ ਆਚਾਰ ਸੰਹਿਤਾ ਲੱਗਣ ਕਰਕੇ ਇਹ ਕੰਮ ਰੋਕਿਆ ਗਿਆ ਸੀਗਾ, ਨਹੀਂ ਤਾਂ ਇਹ ਇਸੇ ਸਾਲ ਹੋ ਜਾਣਾ ਸੀ। ਪੰਜਾਬ 'ਚ ਜਦੋਂ ਚੁਣਾਵ ਆਚਾਰ ਸੰਹਿਤਾ ਲੱਗੀ ਹੈ ਉਦੋਂ ਕੰਮ ਰੋਕ ਦਿੱਤਾ ਗਿਆ, ਤੇ ਹੁਣ ਆਚਾਰ ਸੰਹਿਤਾ ਖਤਮ ਹੋ ਗਈ ਹੈ ਤੇ ਐਡਮਿਨਿਸਟ੍ਰੇਸ਼ਨ ਆਦਾ ਕੰਮ ਕਰ ਰਿਹਾ, ਨਹੀਂ ਤਾਂ ਕੁਝ ਮਹੀਨੇ ਪਹਿਲਾਂ ਜਾਂ ਸਮਾਂ ਪਹਿਲਾਂ ਹੀ ਇਹ ਸਾਰੀ ਕਾਰਵਾਈ ਹੋ ਜਾਣੀ ਸੀ। ਬਸ ਫਰਕ ਇਹ ਹੈ ਕਿ ਉਦੋਂ ਸਰਕਾਰ ਹੋਰ ਸੀ, ਹੁਣ ਹੋਰ ਹੈ, ਤੇ ਇਹਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖਿਆ ਜਾ ਰਿਹਾ। ਪਰ ਇਹ ਗੱਲ ਸਹੀ ਨਹੀਂ ਹੈ ਕਿ ਕਿਸੇ ਸਰਕਾਰ ਜਾਂ ਕਿਸੇ ਜੈਲਸਬਾਜੀ ਦੇ ਚੱਕਰ 'ਚ ਜਾਂ ਖੁੰਨਸਬਾਜੀ ਦੇ ਚੱਕਰ 'ਚ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਦੇਖੋ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਆਪਣਾ ਫਰਜ਼ ਹੈ।
कपलिश जी गए, कपलिश जी एडीसी अभिजीत कपलिश जी मौके तो जा चुके हैं हुण, क्योंकि दुकानदार अगे सहयोग कर रहे हैं। एडमिनिस्ट्रेशन वालों कोई भी किसी तरह की पार्शलिटी नहीं की गई। लाइव बंद कर हीट हो गया मेरे को नहीं बड़े गए तेरे साइड तू आपकी कीमत भी कट दसी मेरी भी सानू गलती लग गई सी। एडीसी अभिजीत कपलिश जी इस वक्त भी मौके ते ने मौजूद ने, वो गए नहीं, खुद कार्रवाई करवा रहे हैं। वैसे सर बड़ी चंगी गल है, पता चल रहा कि लोग हुण खुद आप ही कर रहे हैं सपोर्ट कि चलो जो हुण एडमिनिस्ट्रेशन ने फैसला कर लिया वो ओके है। ये बड़ी चंगी गल है जी, थोड़े आन नाल ही होया है। सर एक गल क्लीयर कर देंगे कि ये पहला क्यों इलेक्शन चुनाव आचार संहिता करके रुकया गया सी पहला ਏਰੀਆ ਫੜ ਰਿਹਾ ਪਹਿਲਾਂ ਮੰਡੀਆਂ ਦਾ ਤੋੜਿਆ ਸੀਗਾ ਜਿਹੜੀ ਬੱਸ ਸਟੈਂਡ ਰੋਡ ਬਣੀ ਸੀ ਉਹਦਾ ਤੋੜਿਆ ਸੀ ਹੁਣ ਸਰਕੂਲਰ ਰੋਡ ਦਾ ਪਾਰਟ ਹੈ नहीं पिछले 2 महीने जिवें चुनाव आचार संहिता जी 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 तो मैं जिवें तुहानूं दस्सिया उसे तरह कपलिश जी ने दस्सिया कि चुनाव आचार संहिता लगी होने करके असीं 2 महीने थोड़ा जिहा काम साडा रुक गया सी, हुण ओह चल पिया दोबारा। सर नहीं वो मिलना है एक मिनट मैं चला दूंगा पे बस ठीक है
ਤੁਸੀਂ ਵੇਖ ਰਹੇ ਹੋ ਇਸ ਵਕਤ ਅਬੋਹਰ ਤੋਂ ਲਾਈਵ ਥੜੇ ਤੋੜਨ ਦੀ ਕਾਰਵਾਈ ਬੜੀ ਤੇਜ਼ੀ ਨਾਲ ਤੇਰਾ ਫੋਨ ਤਾਂ ਨਹੀਂ ਗਰਮ ਹੋਇਆ? ਸਾਰੇ ਪੱਤਰਕਾਰ ਫੋਨ ਬੰਦ ਹੋ ਗਏ ਕਿੰਨਾ ਉਹ ਕਰੋ ਆ ਮੈਂ ਕਰ ਫੋਟੋ ਦਾ ਲੋ ਜੀ ਦੁਕਾਨਦਾਰਾਂ ਨੇ ਹੁਣ ਆਪੇ ਆਪ ਸੈਟਿੰਗ ਕਰਨੀ ਸ਼ੁਰੂ ਕਰਤੀ ਹੈ ਅਕੋਰਡਿੰਗ ਟੂ ਰੂਲ। ਦੁਕਾਨਦਾਰ ਖੁਦ ਮੈਪਿੰਗ ਕਰਨ ਲੱਗ ਗਏ ਹੈ ਕਿ ਕਿੱਥੇ ਤੱਕ ਉਹਨਾਂ ਦੀ ਜਗ੍ਹਾ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਏਡੀਸੀ ਅਭਿਜੀਤ ਕਪਲਿਸ਼ ਜੀ ਨੇ ਕਮਿਸ਼ਨਰ ਜੋ ਨਗਰ ਨਿਗਮ ਦੇ ਨੇ ਉਹਨਾਂ ਨੇ ਕੋਈ ਪਾਰਸ਼ੈਲਿਟੀ ਨਹੀਂ 11 ਨੰਬਰ ਤੋਂ ਸ਼ੁਰੂ ਹੋਏ ਹੈ ਤੇ ਹੁਣ ਜਿੱਥੇ ਤੱਕ ਤੁਸੀਂ ਦੇਖ ਰਹੇ ਹੋ ਸਾਰੇ ਥੜੇ ਉਹ ਥੜਿਆਂ ਤੱਕ ਤੋੜੇ ਜਾ ਰਹੇ ਹੈ ਜਿੱਥੋਂ ਤੱਕ ਐਡਮਿਨਿਸਟ੍ਰੇਸ਼ਨ ਨੇ ਅਧਿਕਾਰ ਨਹੀਂ ਦਿੱਤੇ। 2.5 ਫੁੱਟ ਤੱਕ ਤੁਸੀਂ ਆਪਣਾ ਤਾਂ ਕਿੱਡੀ ਵਧੀਆ ਕਾਰਵਾਈ ਤੁਸੀਂ ਦੇਖੋ ਮੌਕੇ ਤੇ ਹੀ ਅਫਸਰਾਂ ਨੂੰ ਦੱਸ ਦਿੱਤਾ ਗਿਆ ਕਿ ਕਿਹੜੀ ਕਾਰਵਾਈ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ। ਤੇ ਏਡੀਸੀ ਅਭਿਜੀਤ ਕਪਲਿਸ਼ ਜੀ ਇਹਨਾਂ ਨੂੰ ਅਬੋਹਰ ਆਏ ਨੂੰ ਕਾਫੀ ਟਾਈਮ ਹੋ ਗਿਆ। ਮੈਂ ਇਹਨਾਂ ਬਾਰੇ ਦੱਸ ਦਿਆਂ ਤੁਹਾਨੂੰ ਆਈਐਸ ਅਫਸਰ ਨੇ ਤੇ ਬਹੁਤ ਜ਼ਿਆਦਾ ਇਹਨਾਂ ਦੇ ਕੰਮ ਦੀ ਕਾਬਲੀਅਤ ਮਸ਼ਹੂਰ ਹੈ। ਜਿਸ ਵਕਤ ਅਬੋਹਰ ਆਏ ਸੀ ਉਦੋਂ ਸਾਡੇ ਚੰਡੀਗੜ੍ਹ ਦੇ ਸੂਤਰਾਂ ਨੇ ਦੱਸਿਆ ਸੀ ਕਿ ਇਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਕੰਮ ਤਾਂ ਕਰਾਂਗਾ ਜੇ ਕੋਈ ਇੰਟਰਫੇਰੈਂਸ ਨਹੀਂ ਹੋਏਗੀ। ਕਾਂਗਰਸ ਸੱਤਾ ਵੇਲੇ ਵੀ ਇਹਨਾਂ ਨੇ ਕਿਸੇ ਵੀ ਇੰਟਰਫੇਰੈਂਸ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੀ ਸੱਤਾ ਦੇ ਵਿੱਚ ਵੀ ਕਾਨੂੰਨ ਦੇ ਅੰਦਰ ਰਹਿ ਕੇ ਜੋ ਇਹਨਾਂ ਦੀ ਪਾਰਟੀ ਦਾ ਮੋਟਿਵ ਹੈ ਕਾਨੂੰਨ ਦੇ ਅੰਦਰ ਰਹਿ ਕੇ ਇਹ ਕਾਰਵਾਈ ਕਰਵਾ ਰਹੇ ਹੈ। ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਇੱਥੇ ਕੁਝ ਦੁਕਾਨਦਾਰਾਂ ਨੇ ਵਿਰੋਧ ਕੀਤਾ ਸੀ ਪਰ ਹੁਣ ਜ਼ਿਆਦਾਤਰ ਦੁਕਾਨਦਾਰ ਕਾਨੂੰਨ ਦੇ ਅੰਦਰ ਜਿੰਨਾ ਥੜਾ ਫੁੱਟਪਾਥ ਰੱਖਣ ਦੀ ਆਗਿਆ ਮਿਲਦੀ ਹੈ ਉਹਨਾਂ ਇਹ ਕਰਵਾ ਰਹੇ ਨੇ ਖੁਦ ਕਰ ਰਹੇ ਲੋਕ। ਆਈਏਐਸ ਅਭਿਜੀਤ ਕਪਲਿਸ਼ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਆਈਏਐਸ ਅਮਿਤ ਡਾਕਾ ਜੀ ਆਏ ਸੀ ਉਹਨਾਂ ਨੇ ਵੀ ਇਸ ਤਰ੍ਹਾਂ ਸ਼ਹਿਰ ਦੇ ਸੁਧਾਰ ਦੇ ਵਾਸਤੇ ਪ੍ਰਯਾਸ ਕੀਤੇ ਸੀ। ਅੱਜ ਅਭਿਜੀਤ ਕਪਲਿਸ਼ ਜੀ ਆਈਏਐਸ ਅਮਿਤ ਡਾਕਾ ਜੀ ਨੂੰ 10 ਸਾਲ ਬਾਅਦ ਵੀ ਯਾਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਵੀ ਯਾਦ ਕੀਤਾ ਜਾਏਗਾ ਜੋ ਅੱਜ ਕਾਰਵਾਈ ਕਰ ਰਹੇ ਹੈ। ਦੋਸਤੋ ਜਿਹੜਾ 2.5 ਫੁੱਟ ਇਹਨਾਂ ਨੇ ਦਿੱਤਾ ਹੈ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਦਿੱਤਾ। ਲੀਗਲੀ ਤੁਸੀਂ ਇਹ ਵੀ ਨਹੀਂ ਰੱਖ ਸਕਦੇ ਪਰ ਫਿਰ ਵੀ ਦੁਕਾਨਦਾਰਾਂ ਨੂੰ ਸਹੂਲਤ ਰਵੇ ਉਸ ਕਰਕੇ ਇਹਨਾਂ ਨੇ ਤੁਸੀਂ ਦੇਖੋ ਖੁਦ ਨਿਸ਼ਾਨਦੇਹੀ ਕਰਵਾ ਰਹੇ ਹੈ।
तोड़ देंगे जी। हाँ तोड़ देंगे। अर्थों में तोड़ लो। पूरे बाजार में सबसे ज्यादा आप ही की सर। अब ये कैसे कहने खंबे जो बिल्डिंग पे आ रहे हैं ये आ रहे हैं ये वाले खंबे जो सारे खंबे तो मैं देखो ये भी कह नहीं सकता, खंबे भी पीछे हो जाएंगे जब आप लोग पीछे। हाँ हम लोग बस चलो चलवा देते हैं। बड़ा वधिया जवाब दिता कि जे तुसी लोगों ने सहयोग किया तो खंबे भी पिछे हो जाएंगे। बड़ा वधिया इन्होंने जवाब दिता दुकानदारों नूं ते बड़ी शालीनता नाल गल कीती। जो दुकानदार मौके ते सी वो इसकी प्रशंसा करते हुए नजर आ रहे हैं। एडीसी अभिजीत कपलिश, कमिश्नर नगर निगम अबोर। इस वक्त इन्हां दी कार्रवाई चल रही है बाजार नंबर 4 के नेड़े। पूरी मीडिया नूं साथ लैके साडे वरिष्ठ पत्रकार दीपक मेहता जी भी नाल ने। आओ दीपक जी। थैंक यू जी। बहुत बहुत धन्यवाद। दुकानदार कह रहे हैं आप तुड़ा रहे हैं, पर नगर निगम की टीम कह रही है कि सानू निशानदेही कर लें तो फिर तुड़वा लिया जाए। तोड़ देंगे मैं तुड़वा देंगे। पैंती डिग्री टैंपरेचर दे विच IAS अफसर खुद जदों सड़कों ते निकलते हैं तो ऑब्वियस है गर्मी का पारा भी 10 डिग्री वध जाता है। ओए आ फोटो कर पानी दो जल्दी जल्दी। पीछे फोन कर ना पता नहीं क्यों नहीं हो रहा समझ नहीं आ रही। सब लाख रुपया लग गया नहीं हो रहा। खुशी हो रही है यार ਤੁਸੀਂ ਹੁਣ ਕੀ ਜਿਤਾਣਾ ਚਾਹ ਰਹੇ ਹੋ? तेरी गल नहीं कही तेन गल नहीं ਮੈਨੂੰ ਪਤਾ ਲੱਗ ਗਿਆ ਤੁਸੀਂ ਕਿਸ ਗੱਲ ਤੇ ਕਰ ਰਹੇ तेनू नहीं कहा तेनू कहा वो मैं आया ना तेरा बेली कमेंट्री करी जाना ओ जी साडा फोन बंद कर दूंगा जी असीं है करके दिखा नहीं पा रहे जी समझ गया। सर दुकानदार कह रहे हैं जी कि नलका भावे ना करो
ਨਹੀਂ ਤੋੜਦੇ ਨਲਕਾ ਇਹਨਾਂ ਨੇ ਕਿਹਾ ਪਾਣੀ ਛੱਡ ਦੇ ਇਸ ਵਕਤ IAS ਅਧਿਕਾਰੀ ਜਿਹੜੇ ਪਹੁੰਚ ਚੁੱਕੇ ਨੇ ਦੂਜੇ ਪਾਸੇ ਮੁੰਜਾਲ ਜਿਹੜੇ ਸੀਡੀ ਵਾਲੇ ਆ ਉਹਨਾਂ ਦੇ ਬਾਹਰ ਕਾਰਵਾਈ ਚੱਲ ਰਹੀ ਹੈ ਤੇ ਇਹ ਤਾਂ ਹਰ ਹਾਲ 'ਚ ਜਿਹੜਾ ਥੜਾ ਟੁੱਟੇਗਾ ਹੀ ਟੁੱਟੇਗਾ ਕਿਉਂਕਿ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੀ ਇਨਕਰੋਚਮੈਂਟ ਇਸ ਬਿਲਡਿੰਗ ਓਨਰ ਨੇ ਕੀਤੀ ਹੋਈ ਸੀ। ਇਹ ਨਹੀਂ ਸਿਰਫ ਇਹਨਾਂ ਨੇ ਕੀਤੀ ਸੀ, ਕਾਫੀ ਦੁਕਾਨਦਾਰ ਅਜੇ ਸੀ ਕਿ ਜਿਨ੍ਹਾਂ ਦੀ ਇੰਨੀਆਂ ਇਨਕਰੋਚਮੈਂਟ ਸੀਗੀਆਂ ਪਰ ਉਹ ਤੋੜ ਦਿੱਤੀਆਂ ਗਈਆਂ। ਉਹ ਆ ਨਹੀਂ ਕਿਆ ਤਾਂ ਨਹੀਂ ਸੱਚ ਵੀ ਹੈ ਕੋਈ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਕਮਾਲ ਹੀ ਹੋ ਗਈ। ਕਪਲਿਸ਼ ਜੀ ਦੇ ਮੇਨ ਕੰਮ ਸਾਂਭਣ ਵਾਲੇ ਗੁਪਤਾ ਜੀ ਅੱਜ ਸਾਡੇ ਨਾਲ। ਗੁਪਤਾ ਜੀ ਅੱਜ ਕਿੱਦਾਂ ਲੱਗ ਰਿਹਾ, ਕਿੰਨੀ ਕੁ ਖੁਸ਼ੀ ਹੈ? ਖੁਸ਼ੀ ਦੀ ਕੋਈ ਗੱਲ ਨਹੀਂ, ਨੋ ਸੈਂਟੀਮੈਂਟ, ਸਿਰਫ ਡਿਊਟੀ ਆਪਣੀ। ਨਹੀਂ ਤੁਸੀਂ ਉਹਨਾਂ ਨਾਲ ਰਹਿੰਦੇ ਹੋ ਅਭਿਜੀਤ ਜੀ ਨਾਲ, ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ, ਮੈਂ ਸਿਰਫ ਉਸ ਨੂੰ ਲੈ ਕੇ ਗੱਲ ਕਰ ਰਿਹਾ ਸੀ ਕਿ ਕੋਈ ਉਹ ਕਿਸੇ ਤਰ੍ਹਾਂ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦੇ। ਜਿਹੜਾ ਕਰਨਾ ਉਹ ਕਰਨਾ ਜੀ ਵੈਰੀ ਗੁੱਡ। ਤੁਸੀਂ ਦੇਖਿਆ ਕਿ ਜਿਹੜੇ ਅਭਿਜੀਤ ਕਪਲਿਸ਼ ਜੀ ਦੇ ਨਾਲ ਮੇਨ ਆਫੀਸਰ ਰਹਿੰਦੇ ਆ, ਬੜੇ ਤਜਰਬੇਕਾਰ ਨੇ ਤੇ ਅਭਿਜੀਤ ਜੀ ਨੇ ਇਹਨਾਂ ਨੂੰ ਬੜੇ ਸੋਚ ਸਮਝ ਕੇ ਆਪਣੇ ਨਾਲ ਲਗਾਇਆ ਸੀ ਕਿਉਂਕਿ ਇਹਨਾਂ ਦੇ ਤਜਰਬੇ ਬਹੁਤ ਨੇ ਤੇ ਇਹਨਾਂ ਦੇ ਤਜਰਬਿਆਂ ਦਾ ਫਾਇਦਾ ਉਹ ਵੀ ਲੈ ਰਹੇ ਨੇ ਕਿਉਂਕਿ ਹੁਣ ਤਾਂ ਚਲੋ ਕਪਲਿਸ਼ ਜੀ ਨੂੰ ਵੀ ਕੰਮ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ, ਲੇਕਿਨ ਸ਼ੁਰੂਆਤੀ ਦਿਨਾਂ ਦੇ ਵਿੱਚ ਗੁਪਤਾ ਜੀ ਹੀ ਉਹਨਾਂ ਨੂੰ ਗਾਈਡਲਾਈਨ ਵੀ ਕਰਦੇ ਸੀ, ਦੱਸਦੇ ਵੀ ਸੀ ਤੇ ਉਹ ਗੁਪਤਾ ਜੀ ਦੀ ਗੱਲ ਨੂੰ ਪੂਰੀ ਗੌਰ ਨਾਲ ਸੁਣਦੇ ਸੀ। ਅੱਜ ਤੁਸੀਂ ਦੇਖ ਰਹੇ ਹੋ ਗੁਪਤਾ ਜੀ ਦੇ ਨਾਲ ਜਦੋਂ ਉਹਨਾਂ ਨੂੰ ਕੋਈ ਪਰੇਸ਼ਾਨੀ ਆਈ ਤੇ ਉਹਨਾਂ ਨੇ ਤੁਰੰਤ ਅਭਿਜੀਤ ਜੀ ਨੂੰ ਬੁਲਾਇਆ ਤੇ ਮੌਕੇ ਤੇ ਕਾਰਵਾਈ ਕੀਤੀ ਗਈ। ਦਰਅਸਲ ਦੋਸਤੋ ਇਹ ਕਾਨੂੰਨ ਦਾ ਡੰਡਾ ਹੈ। ਦੇਖੋ ਜਦੋਂ ਕੋਈ ਬਦਲਾਵ ਆਉਂਦਾ ਹੈ ਉਹਨੂੰ ਸਹਿਣ ਵਾਸਤੇ, ਇੰਪਲੀਮੈਂਟ ਕਰਨ ਵਾਸਤੇ ਥੋੜਾ ਸਮਾਂ ਲੱਗਦਾ ਹੈ ਤੇ ਥੋੜਾ ਉਹਨੂੰ ਡਿਜ਼ਰਵ ਕਰਨ ਵਾਸਤੇ ਵੀ, ਮਤਲਬ ਉਹਦੇ ਅਕੋਰਡਿੰਗ ਚੱਲਣ ਵਾਸਤੇ ਵੀ ਤੁਹਾਨੂੰ ਔਕੜਾਂ ਪਰੇਸ਼ਾਨੀਆਂ ਝੇਲਣੀਆਂ ਪੈਂਦੀਆਂ। ਪਰ ਇੱਕ ਗੱਲ ਯਾਦ ਰੱਖਿਓ, ਜੋ ਇਹ ਕਾਰਵਾਈ ਹੋ ਰਹੀ ਹੈ ਇਹਦਾ ਐਂਡ ਫੈਂਡ ਬੈਨੀਫਿਟ ਦੁਕਾਨਦਾਰਾਂ ਨੂੰ ਮਿਲੇਗਾ, ਇਹ ਉਸੇ ਕਰਕੇ ਹੀ ਹੋ ਰਿਹਾ ਹੈ। ਆਖਿਰਕਾਰ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਤੁਸੀਂ ਹਮੇਸ਼ਾ ਕਰਦੇ ਆਏ ਹੋ ਤੇ ਇਹ ਸ਼ਹਿਰ ਨੂੰ ਸੋਹਣਾ ਬਣਾਉਣ ਦੀ ਕਾਰਵਾਈ ਦੇ ਵਿੱਚ ਹੈ, ਕੜੀ ਦੇ ਵਿੱਚ ਹੈ। ਤੇ ਜਦੋਂ ਹੁਣ ਸ਼ਹਿਰ ਨੂੰ ਸੋਹਣਾ ਬਣਾਇਆ ਜਾ ਰਿਹਾ ਹੈ ਤੇ ਤੁਹਾਡਾ ਵੀ ਫਰਜ਼ ਬਣਦਾ ਹੈ। ਚਲੋ ਖੈਰ ਇਸ ਲਾਈਵ ਨੂੰ ਹੁਣ ਅਸੀਂ ਖਤਮ ਕਰਾਂਗੇ ਕਿਉਂਕਿ ਬਹੁਤ ਟਾਈਮ ਹੋ ਗਿਆ, ਹੁਣ ਕਾਰਵਾਈ ਲਗਭਗ ਹੋ ਚੁੱਕੀ ਹੈ ਤੇ ਤੁਸੀਂ ਸਾਰਾ ਕੁਝ ਦੇਖ ਲਿਆ। ਹੁਣ ਇਹੀ ਚੱਲਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੇਰ, ਤੇ ਜੇ ਕੋਈ ਇੰਪੋਰਟੈਂਟ ਅਪਡੇਟ ਹੋਇਆ ਅਸੀਂ ਫੇਰ ਤੁਹਾਨੂੰ ਮਿਲਾਂਗੇ। ਤੁਸੀਂ ਦੇਖਦੇ ਰਹੋ ਪੰਜਾਬ 26। ਧੰਨਵਾਦ।